ਸਤਿ ਸ੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ। ਸੋ ਦੋਸਤੋ 10ਵੀਂ ਜਮਾਤ ਵਾਲਿਆਂ ਦਾ ਜਿਹੜਾ ਹੁਣ ਅਗਲਾ ਪੇਪਰ ਹੈ 27 ਤਰੀਕ ਨੂੰ, ਉਹ ਹੈ ਇੰਗਲਿਸ਼ ਦਾ ਪੇਪਰ। ਠੀਕ ਹੈ ਜੀ। ਸੋ ਦੋਸਤੋ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 10ਵੀਂ ਜਮਾਤ ਦਾ ਇੰਗਲਿਸ਼ ਦਾ ਜਿਹੜਾ ਹੈ ਮਾਡਲ ਟੈਸਟ ਪੇਪਰ ਜਾਂ ਸੈਂਪਲ ਟੈਸਟ ਪੇਪਰ ਲੈ ਕੇ ਆਏ ਹਾਂ, ਜੋ ਕਿ ਬੇहद ਇੰਪੋਰਟੈਂਟ ਹੈ ਔਰ ਸਾਰੇ ਦੇ ਸਾਰੇ ਕੁਐਸਚਨ ਇਹਦੇ ਵਿੱਚ ਤੁਹਾਡੇ ਲਈ ਅਸੀਂ ਹੱਲ ਕਰਕੇ ਲੈ ਕੇ ਆਏ ਹਾਂ ਤੁਹਾਡੀ ਸਹੂਲਤ ਦੇ ਲਈ। ਠੀਕ ਹੈ ਜੀ। ਸੋ ਦੋਸਤੋ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਥੋੜੀ ਜਿਹੀ ਜਾਣਕਾਰੀ ਦੇਣਾ ਚਾਹੁੰਦੇ ਹਾਂ। ਇੱਕ ਤਾਂ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਪਾਉਂਦੇ ਹਾਂ ਤੁਹਾਨੂੰ ਉਹਦੇ ਅਪਡੇਟ ਮਿਲਦੇ ਰਹਿਣ। ਇਸ ਤੋਂ ਇਲਾਵਾ ਤੁਸੀਂ ਸਾਡਾ ਜਿਹੜਾ ਟੈਲੀਗ੍ਰਾਮ ਚੈਨਲ ਹੈ ਉਹਨੂੰ ਜਰੂਰ ਜੁਆਇਨ ਕਰ ਲਿਓ, ਕਿਉਂਕਿ ਇਸ ਪੇਪਰ ਸੈਂਪਲ ਪੇਪਰ ਤੋਂ ਇਲਾਵਾ ਅਸੀਂ ਹੋਰ ਵੀ ਸੈਂਪਲ ਪੇਪਰ ਵੀ ਜਿਹੜੇ ਹਾਂ ਸ਼ੇਅਰ ਕਰਦੇ ਰਹਿੰਦੇ ਹਾਂ ਅਸੀਂ ਆਪਣੇ ਟੈਲੀਗ੍ਰਾਮ ਚੈਨਲ ਤੇ। ਟੈਲੀਗ੍ਰਾਮ ਚੈਨਲ ਨੂੰ ਜੇਕਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ, ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਦਿੱਤਾ ਹੋਇਆ ਹੈ। ਲਿੰਕ ਤੇ ਕਲਿੱਕ ਕਰਕੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ। ਉੱਥੇ ਤੁਸੀਂ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ, ਡਿਸਕਸ਼ਨ ਗਰੁੱਪ ਵੀ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸਾਡੀ ਵੈਬਸਾਈਟ ਹੈ www.thepunjabiclass.com। ਕਿਸੇ ਵੀ ਸਬਜੈਕਟ ਦਾ, ਕਿਸੇ ਵੀ ਕਲਾਸ ਦਾ ਕੋਈ ਵੀ ਪੇਪਰ ਤੁਹਾਨੂੰ ਚਾਹੀਦਾ ਹੋਵੇ, ਸੈਂਪਲ ਪੇਪਰ, ਉਹ ਉੱਥੇ ਤੁਹਾਨੂੰ ਮਿਲ ਜਾਣਗੇ ਔਰ ਉੱਥੇ ਤੁਹਾਨੂੰ ਉਹ ਦੋਨੇ ਲੈਂਗੁਏਜ ਮਿਲੇਗਾ। ਮੰਨ ਲਓ ਜਿਵੇਂ ਕਿ ਤੁਹਾਡਾ SST ਦਾ ਪੇਪਰ ਹੈ, ਸੋਸ਼ਲ ਸਾਇੰਸ ਦਾ, ਤਾਂ ਉੱਥੇ ਇੰਗਲਿਸ਼ ਤੇ ਪੰਜਾਬੀ ਦੋਨੇ ਮੀਡੀਅਮ ਦੇ ਵਿੱਚ ਪੇਪਰ ਉਪਲਬਧ ਹਨ। ਠੀਕ ਹੈ ਜੀ, ਜੋ ਕਿ ਪੂਰੀ ਤਰ੍ਹਾਂ ਸੋਲਵ ਕੀਤੇ ਹੁੰਦੇ ਹਨ। ਸੋ ਇਹ ਸੀ ਜਾਣਕਾਰੀ। ਸੋ ਵੱਧਦੇ ਹਾਂ ਪੇਪਰ ਵੱਲ। ਸੋ ਦੋਸਤੋ ਸ਼ੁਰੂ ਕਰਦੇ ਹਾਂ। 10ਵੀਂ ਜਮਾਤ ਵਾਲਿਆਂ ਦਾ ਅਗਲਾ ਪੇਪਰ ਜਿਹੜਾ ਹੈ ਉਹ ਹੈ ਇੰਗਲਿਸ਼ ਦਾ ਮਾਡਲ ਟੈਸਟ ਪੇਪਰ ਫॉर ਜਨਰਲ ਸਟੂਡੈਂਟ 2022-23 ਕਲਾਸ 10th ਇੰਗਲਿਸ਼। ਟਾਈਮ 3 ਘੰਟੇ ਦਾ 3 ਆਵਰਸ। ਸੋ ਮਾਰਕਸ ਨੇ 80। ਨੋਟ ਆਲ ਦਾ ਕੁਐਸਚਨਸ ਆਰ ਕੰਪਲਸਰੀ। ਸੈਕਸ਼ਨ A ਰੀਡਿੰਗ ਸਕਿੱਲ 10 ਮਾਰਕਸ। ਇਹ 10 ਨੰਬਰਾਂ ਦੇ ਹਨ। ਸੋ ਰੀਡਿੰਗ ਸਕਿੱਲ ਦੇ ਵਿੱਚ ਸੋ ਸਭ ਤੋਂ ਪਹਿਲਾਂ ਨੰਬਰ 1 ਦਾ ਇਹ ਪਾਰਟ ਹੈ, ਰੀਡ ਦਾ ਪੈਸੇਜ ਗਿਵਨ ਬਿਲੋ ਐਂਡ ਆਨਸਰ ਦਾ ਫੋਲੋਇੰਗ, ਆਨਸਰ ਦਾ ਕੁਐਸਚਨਸ ਦੈਟ ਫੋਲੋਸ। ਸੋ ਉੱਪਰ ਇੱਕ ਪੈਰਾ ਦਿੱਤਾ ਹੋਇਆ ਹੈ, ਪੈਰੇ ਦੇ ਨੀਚੇ ਜਿਹੜੇ ਹਨ ਉਹਦੇ ਕੁਐਸਚਨਾਂ ਦੇ ਆਨਸਰ ਕੁਐਸਚਨ ਪੁੱਛੇ ਗਏ ਹਨ। ਅਸੀਂ ਆਨਸਰ ਵੀ ਲੈ ਕੇ ਆਏ ਹਾਂ। ਸੋ ਦੋਸਤੋ ਜੇਕਰ ਮੈਂ ਕੱਲਾ ਪੈਰਾ ਪੜਾਂਗਾ ਇਹ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਏਗੀ। ਠੀਕ ਹੈ ਜੀ। ਸੋ ਦੋਸਤੋ ਤੁਹਾਡੀ ਸਹੂਲਤ ਦੇ ਲਈ ਇਹ ਜਿਹੜਾ ਪੇਪਰ ਹੈ ਇਹਨੂੰ ਜੇਕਰ ਤੁਸੀਂ ਡਾਊਨਲੋਡ ਕਰਕੇ ਪੜ੍ਹਨਾ ਚਾਹੁੰਦੇ ਹੋ, ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਸੀਂ ਲਿੰਕ ਦਿੱਤਾ ਹੋਇਆ ਹੈ। ਤੁਸੀਂ ਲਿੰਕ ਤੇ ਕਲਿੱਕ ਕਰਕੇ ਆਰਾਮ ਨਾਲ ਬੈਠ ਕੇ ਸਾਰੇ ਦਾ ਸਾਰਾ ਪੇਪਰ ਜਿਹੜਾ ਹੈ ਤੁਸੀਂ ਪੜ੍ਹ ਸਕਦੇ ਹੋ। ਠੀਕ ਹੈ ਜੀ। ਸੋ ਇਸ ਕਰਕੇ ਮੈਂ ਹੁਣ ਸਿੱਧਾ ਕੁਐਸਚਨ ਦੇ ਆਨਸਰ ਪੜਾਂਗਾ। ਠੀਕ ਹੈ ਜੀ। ਸੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਵਾਟ ਡਜ਼ ਅ ਸਪੋਰਟਸਮੈਨਸ਼ਿਪ ਟੀਚ ਅਸ। ਸੋ ਇਹਦਾ ਆਏਗਾ ਆਲ ਆਫ ਅਬਵ। ਸੋ ਮੈਂ ਪੜ੍ਹਦਾ ਹਾਂ। A ਪੰਚੁਅਲਿਟੀ, B ਡਿਸਿਪਲਿਨ, C ਕੋਆਪਰੇਸ਼ਨ ਐਂਡ ਓਬੀਡੀਐਂਸ। ਸੋ ਉਸ ਤੋਂ ਬਾਅਦ ਹੈ ਨੰਬਰ 2, ਹਾਊ ਸ਼ੁੱਡ ਅ ਸਪੋਰਟਸਮੈਨ ਬਿਹੇਵ ਆਫਟਰ ਲੂਜ਼ਿੰਗ ਔਰ ਵਿਨਿੰਗ ਦਾ ਮੈਚ। ਸੋ ਇੱਕ ਸਪੋਰਟਸਮੈਨ ਨੂੰ ਕਿਸ ਤਰ੍ਹਾਂ ਦਾ ਵਰਤਾਰਾ ਕਰਨਾ ਚਾਹੀਦਾ ਹੈ, ਬਿਹੇਵੀਅਰ ਕਰਨਾ ਚਾਹੀਦਾ ਹੈ ਕਿਸੇ ਮੈਚ ਨੂੰ ਜਿੱਤਣ ਤੋਂ ਹਾਰਨ ਤੋਂ ਬਾਅਦ। ਆਨਸਰ, ਹੀ ਸ਼ੁੱਡ ਨਾਟ ਫੀਲ ਡਿਪਰੈਸ ਔਰ ਲੂਜ਼ ਹਿਜ਼ ਹਾਰਟ। ਉਹਨੂੰ ਡਿਪਰੈਸ ਨਹੀਂ ਹੋਣਾ ਚਾਹੀਦਾ ਤੇ ਉਹਨੂੰ ਆਪਣਾ ਦਿਲ ਨਹੀਂ ਛੱਡਣਾ ਚਾਹੀਦਾ। ਅੱਗੇ ਹੈ ਨੰਬਰ 3, ਸਪੋਰਟਸਮੈਨਸ਼ਿਪ ਮੀਨਸ ਡੈਸ਼। ਕੀ ਮਤਲਬ ਹੈ? ਇਹਦਾ ਉੱਤਰ ਹੈ A ਡਿਸਿਪਲਿਨ ਐਂਡ ਟੀਮ ਵਰਕ। ਅੱਗੇ ਹੈ ਨੰਬਰ 4, ਡਿਫੀਟ ਫॉर ਅ ਸਪੋਰਟਸਮੈਨਸ਼ਿਪ ਇਜ਼ ਨਥਿੰਗ ਬਟ ਡੈਸ਼। ਇਹਦਾ ਆਨਸਰ ਆਏਗਾ A ਲੈਸਨ ਟੂ ਇੰਪਰੂਵ। ਨੰਬਰ 5, ਗਿਵ ਸਿਨੋਨਿਮਸ ਟੂ ਵਿਕਟਰੀ। ਸੋ ਇਹਦਾ ਆਨਸਰ ਹੈ ਬੋਥ B ਐਂਡ C, ਯਾਨੀ ਕਿ ਟ੍ਰਾਇੰਪ ਐਂਡ ਸਕਸੈਸ। ਸੋ ਅੱਗੇ ਹੈ ਇਹ B ਪਾਰਟ ਹੈ, ਇਹ ਵੀ 5 ਨੰਬਰਾਂ ਦਾ ਹੈ। ਸੋ ਰੀਡ ਦਾ ਗਿਵਨ ਪੋਸਟਰ ਕੇਅਰਫੁਲੀ ਐਂਡ ਆਨਸਰ ਦਾ ਕੁਐਸਚਨ ਦੈਟ ਫੋਲੋਸ। ਸੋ ਨੀਚੇ ਇੱਕ ਪੋਸਟਰ ਦਿੱਤਾ ਹੋਏਗਾ। ਠੀਕ ਹੈ ਜੀ। ਸੋ ਉਹ ਪੋਸਟਰ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਆਨਸਰ ਪੁੱਛੇ ਜਾਣਗੇ। ਸੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਪੋਸਟਰ ਹੈ ਮੇਜਰ ਗਵਰਨਮੈਂਟ ਇਨੀਸ਼ੀਏਟਿਵ ਇੰਡੀਅਨ ਐਗਰੀਕਲਚਰ ਸੈਕਟਰ ਫਾਰਮ ਟੂ ਫੋਰਕ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਆ ਦੇਖ ਸਕਦੇ ਹੋ, ਜਿਵੇਂ ਮੇਰਾ ਕਰਸਰ ਦਿਖ ਰਿਹਾ ਹੈ, ਸੋਇੰਗ ਹੈ, ਗਰੋਇੰਗ ਹੈ, ਫਿਰ ਹੈ ਹਾਰਵੈਸਟਿੰਗ, ਫਿਰ ਸਟੋਰੇਜ ਤੇ ਫਿਰ ਮਾਰਕਿੰਗ। ਇਹ ਹੁੰਦਾ ਹੈ ਬੀਜਣਾ, ਇਹ ਹੁੰਦਾ ਹੈ ਉਗਣਾ, ਫਿਰ ਇਹਨੂੰ ਵੱਢਣਾ, ਵੱਢਣ ਤੋਂ ਬਾਅਦ ਸਟੋਰੇਜ ਕਰਨਾ, ਉਸ ਤੋਂ ਬਾਅਦ ਮਾਰਕੀਟਿੰਗ ਕਰਨਾ, ਬਾਜ਼ਾਰ ਦੇ ਵਿੱਚ ਲੈ ਕੇ ਜਾਣਾ। ਸੋ ਉਸ ਤੋਂ ਬਾਅਦ ਹੈ ਇਹਦੇ ਨੀਚੇ ਨਾ 7 ਪੁਆਇੰਟ ਦਿੱਤੇ ਹੋਏ ਹਨ। ਸੋ ਤੁਸੀਂ ਦੇਖਦੇ ਹੋ ਆਰਗੈਨਿਕ ਫਾਰਮਿੰਗ। ਨੰਬਰ 2 ਹੈ ਸੋਸ਼ਲ ਹੈਲਥ ਕਾਰਡ। ਨੰਬਰ 3 ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ। ਨੰਬਰ 4 ਫਰਟੀਲਾਈਜ਼ਰ। ਨੰਬਰ 5 ਕੋਲਡ ਸਟੋਰੇਜ ਐਂਡ ਫੂਡ ਪ੍ਰੋਸੈਸਿੰਗ। ਨੰਬਰ 6 ਈ-ਨੈਮ। ਨੰਬਰ 7 ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ। ਸੋ ਇਹ ਸਾਰਾ ਇੱਥੋਂ ਪਤਾ ਲੱਗਦਾ ਹੈ ਇਹ ਖੇਤਾਂ ਦੇ ਨਾਲ, ਫਸਲਾਂ ਦੇ ਨਾਲ ਜੁੜਿਆ ਹੋਇਆ ਹੈ। ਸੋ ਆਓ ਹੁਣ ਇਹਦੇ ਵਿੱਚੋਂ ਕੁਐਸਚਨ ਆਨਸਰ ਪੜ੍ਹਦੇ ਹਾਂ। ਸੋ ਨੰਬਰ 1, ਵਟ ਇਜ਼ ਦਾ ਪੋਸਟਰ ਆਲ ਅਬਾਊਟ। ਇਹ ਪੋਸਟਰ ਕਿਸ ਬਾਰੇ ਹੈ? ਆਨਸਰ ਹੈ B ਇੰਡੀਅਨ ਐਗਰੀਕਲਚਰ ਸੈਕਟਰ। ਠੀਕ ਹੈ ਜੀ। ਤੁਸੀਂ ਮੈਂ ਤੁਹਾਨੂੰ ਉੱਪਰ ਕਰਕੇ ਦਿਖਾਉਂਦਾ ਹੈ। ਆ ਦੇਖੋ ਉੱਪਰ ਪਹਿਲੇ ਨੰਬਰ ਤੇ ਲਿਖਿਆ ਵੱਡਾ ਇੰਡੀਅਨ ਐਗਰੀਕਲਚਰ ਸੈਕਟਰ। ਸੋ ਇਸ ਤਰ੍ਹਾਂ ਤੁਸੀਂ ਇਹਦੇ ਆਨਸਰ ਲੱਭ ਲੈਣੇ ਹਨ। ਵਟ ਇਜ਼ ਆਰਗੈਨਿਕ ਫਾਰਮਿੰਗ। ਹੁਣ ਇਹਦੇ ਵਿੱਚ ਹੈ ਵਟ ਇਜ਼ ਆਰਗੈਨਿਕ ਫਾਰਮਿੰਗ ਕੀ ਹੁੰਦੀ ਹੈ। ਸੋ ਦੇਖੋ ਇਹਦਾ ਆਨਸਰ ਵੀ ਉੱਪਰ ਹੈ, ਇਹਦੇ ਵਿੱਚ ਕੁਝ ਨਹੀਂ ਕਰਨਾ। 1 ਨੰਬਰ ਤੇ ਲਿਖਿਆ ਆਰਗੈਨਿਕ ਫਾਰਮਿੰਗ, ਇਹਦੇ ਵਿੱਚੋਂ ਆਨਸਰ ਹੈ
integrated farm system that strive for suitability, enhancement of soil fertility and biological diversity। ਸੋ ਬੱਚਿਓ ਅਸੀਂ ਤੁਹਾਡੀ ਸਹੂਲਤ ਲਈ ਫੋਟੋ ਥੋੜੀ ਜ਼ੂਮ ਕੀਤੀ ਹੋਈ ਹੈ ਤਾਂ ਜੋ ਤੁਹਾਨੂੰ ਸਾਫ਼ ਪੜਿਆ, ਪਰ ਕਈ ਵਾਰੀ ਛੋਟੇ ਅੱਖਰ ਨਹੀਂ ਸਾਫ਼ ਪੜ੍ਹ ਹੁੰਦੇ ਹਨ। ਸੋ ਇਹਦਾ ਆਨਸਰ ਹੈ ਸੀ, ਇੰਟਰਗ੍ਰੇਟਿਡ ਐਂਡ ਸਸਟੇਨੇਬਲ ਫਾਰਮਿੰਗ। ਸੋ ਅੱਗੇ ਹੈ ਨੰਬਰ 3, ਵਿਚ ਇਨੀਸ਼ੀਏਟਿਵ ਹੈਜ਼ ਬੀਨ ਸਟਾਰਟਿਡ ਫॉर द ऑनलाइन ट्रेडिंग ऑफ क्रॉप्स। ਸੋ ਇਹਦਾ ਆਨਸਰ ਹੈ ਈ-ਨੈਮ, ਉੱਪਰ ਪੜ੍ਹ ਲੈਣਾ। ਅੱਗੇ ਹੈ ਨੰਬਰ 4, ਵਟ ਇਜ਼ ਦ ਸਟੋਰੇਜ ਐਂਡ ਫੂਡ ਪ੍ਰੋਸੈਸਿੰਗ, ਵਾਈ ਇਜ਼ ਸਟੋਰੇਜ ਐਂਡ ਫੂਡ ਪ੍ਰੋਸੈਸਿੰਗ ਨੈਸੈਸਰੀ। ਸੋ ਸਟੋਰੇਜ ਦੀ ਜਿਹੜੀ ਹੈ ਜਮ੍ਹਾਂ ਕਰਨਾ, ਉਹਨੂੰ ਸਟੋਰੇਜ ਕਰਨਾ, ਤੇ ਫੂਡ ਦੀ ਪ੍ਰੋਸੈਸਿੰਗ ਕਿਉਂ ਜ਼ਰੂਰੀ ਹੈ। ਇਹਦਾ ਆਨਸਰ ਹੈ ਟੂ ਸਸਟੇਨ ਐਂਡ ਇਨਕਰੀਜ਼ ਲਾਈਫ ਆਫ ਕ੍ਰੌਪ। ਸੋ ਜਿਹੜੀ ਕ੍ਰੌਪ ਹੈ, ਫਸਲ ਹੈ, ਉਹਦੀ ਜਿਹੜੀ ਹੈ ਸਸਟੇਬਿਲਿਟੀ, ਤਾਂ ਕਿ ਉਹ ਜ਼ਿਆਦਾ ਦੇਰ ਤੇ ਜ਼ਿਆਦਾ ਲੰਬੇ ਸਮੇਂ ਤੱਕ ਜਿਹੜੀ ਹੈ ਉਹ ਫਸਲ ਬਚੀ ਰਵੇ, ਇਸ ਲਈ ਉਹਦੀ ਸਟੋਰੇਜ ਤੇ ਪ੍ਰੋਸੈਸਿੰਗ ਜ਼ਰੂਰੀ ਹੈ। ਅੱਗੇ ਹੈ ਨੰਬਰ 5, ਵਟ ਇਜ਼ ਦ ਪਰਪਸ ਆਫ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ। ਸੋ ਕੀ ਪਰਪਸ ਹੈ, ਇਹਦਾ ਆਨਸਰ ਹੈ ਬੀ ਆਪਸ਼ਨ, ਟੂ ਮਿਨੀਮਾਈਜ਼ ਵੇਸਟੇਜ ਆਫ ਵਾਟਰ। ਠੀਕ ਹੈ ਜੀ, ਇਹ ਜਿਹੜਾ ਹੈ ਉਹਨਾਂ ਦਾ ਮੰਤਵ ਹੈ। ਉੱਪਰ ਲਿਖੇ ਹੋਏ ਆ ਸਾਰੇ, ਬੜੇ ਆਸਾਨ ਹੈ, ਤੁਸੀਂ ਪੜ੍ਹ ਲੈਣਾ। ਸੋ ਅੱਗੇ ਹੈ ਸੈਕਸ਼ਨ ਬੀ, ਆਬਜੈਕਟਿਵ ਟਾਈਪ ਕੁਐਸਚਨ 8 ਨੰਬਰਾਂ ਦਾ ਆਉਣਗੇ। ਸੋ ਸਭ ਤੋਂ ਪਹਿਲਾਂ ਹੈ ਆਨਸਰ ਦਾ ਫੋਲੋਇੰਗ ਕੁਐਸਚਨ। ਸੋ ਨੰਬਰ 1, ਇਹਨੂੰ ਮੈਂ ਹਾਈਲਾਈਟ ਕਰ ਦਿੰਦਾ ਹਾਂ ਤਾਂ ਜੋ ਤੁਹਾਨੂੰ ਸੌਖਾ ਰਹੇ। ਸੋ ਨੰਬਰ 1, ਦ ਪੂਅਰ ਸੀਮਸਟ੍ਰੈਸ ਵਾਜ਼ ਗਿਵਨ ਡੈਸ਼ ਬਾਏ ਸਵੈਲੋ, ਦਾ ਹੈਪੀ ਪ੍ਰਿੰਸ ਦੇ ਵਿੱਚੋਂ। ਸੋ ਜਿਹੜਾ ਉਹ ਗਰੀਬ ਆਇਆ ਸੀਗਾ, ਉਹਨੂੰ ਕੀ ਦਿੱਤਾ ਸੀਗਾ, ਉਹਨੇ ਦਿੱਤਾ ਆਨਸਰ ਸੀ ਰੂਬੀ, ਕਿ ਰੂਬੀ ਦਿੱਤੀ ਸੀ ਹੈਪੀ ਪ੍ਰਿੰਸ ਲੈਸਨ ਦੇ ਵਿੱਚੋਂ ਹੈ ਇਹ। ਅੱਗੇ ਹੈ ਨੰਬਰ 2, ਵਿਚ ਇਲਸਟ੍ਰੇਸ਼ਨ ਵਾਜ਼ ਯੂਜ਼ਡ ਬਾਏ ਦਾ ਪ੍ਰੋਫੈਸਰ ਆਫ ਸਾਈਕੋਲੋਜੀ, ਸੀਕ੍ਰੇਟ ਆਫ ਹੈਪੀਨੈਸ ਦੇ ਵਿੱਚੋਂ ਹੈ। ਸੋ ਕਿਹੜਾ ਇਲਸਟ੍ਰੇਸ਼ਨ ਯੂਜ਼ ਕੀਤਾ, ਇਹ ਆਨਸਰ ਹੈ ਬਰਨਿੰਗ ਗਲਾਸ, ਇਲਸਟ੍ਰੇਸ਼ਨ ਆਫ ਅ ਬਰਨਿੰਗ ਗਲਾਸ। ਸੋ ਬਰਨਿੰਗ ਗਲਾਸ ਦੀ ਇਲਸਟ੍ਰੇਸ਼ਨ ਜਿਹੜੀ ਹੈ ਯੂਜ਼ ਕੀਤੀ ਸੀਗੀ। ਅੱਗੇ ਹੈ ਨੰਬਰ 3, ਫਾਤਿਕਸ ਆਂਟ ਵੈਲਕਮਡ ਫਾਤਿਕਸ ਐਟ ਹਰ ਹੋਮ, ਟਰੂ ਔਰ ਫਾਲਸ। ਹੋਮ ਕਮਿੰਗ ਲੈਸਨ ਚੋਂ ਹੈ, ਫਾਤਿਕ ਦੀ ਜਿਹੜੇ ਚਾਚੀ ਜੀ ਸੀ ਉਹਨਾਂ ਨੇ ਫਾਤਿਕ ਦਾ ਸਵਾਗਤ ਕੀਤਾ ਸੀਗਾ ਜਾਂ ਫਿਰ ਨਹੀਂ ਕੀਤਾ ਸੀ, ਟਰੂ ਐਂਡ ਫਾਲਸ ਦੱਸਣਾ। ਇਹਦਾ ਆਨਸਰ ਹੈ ਫਾਲਸ, ਉਹਨਾਂ ਨੂੰ ਪਸੰਦ ਨਹੀਂ ਸੀਗਾ ਫਾਤਿਕ ਦਾ ਉਹਨਾਂ ਦੇ ਘਰ ਆਉਣਾ। ਠੀਕ ਹੈ ਜੀ। ਅੱਗੇ ਹੈ ਨੰਬਰ 4, ਅ ਹੈਪੀ ਮੈਨਸ ਐਨਵੀਜ਼। ਅੱਗੇ ਹੈ ਕਰੈਕਟਰ ਆਫ ਹੈਪੀ ਮੈਨ ਦੇ ਵਿੱਚੋਂ ਹੈ। ਸੋ ਇਹਦਾ ਆਨਸਰ ਆਏਗਾ ਨਨ, ਕਿਸੇ ਚੀਜ਼ ਦੇ ਲਈ ਵੀ ਉਹ ਨਹੀਂ ਹੁੰਦਾ ਹੈ। ਅੱਗੇ ਹੈ ਨੰਬਰ 5, ਨਈਮਸ ਅਰਜ ਦ ਆਥਰ ਟੂ ਰੀਸਟਾਰਟ ਡੈਸ਼। ਸੋ ਕੀ ਅਰਜ ਕੀਤੀ ਸੀ ਨਈਮ ਨੇ ਆਥਰ ਨੂੰ ਵੀ ਕੀ ਚੀਜ਼ ਦੁਆਰਾ ਸ਼ੁਰੂ ਕੀਤੀ ਜਾਵੇ। ਇਹਦਾ ਆਨਸਰ ਹੈ ਡੀ ਆਪਸ਼ਨ, ਪੇਂਟਿੰਗ, ਵੀ ਪੇਂਟਿੰਗ ਦੁਆਰਾ ਜਿਹੜੀ ਹੈ ਸ਼ੁਰੂ ਕੀਤੀ ਜਾਵੇ। ਅੱਗੇ ਹੈ ਨੰਬਰ 6, ਹੂ ਵਾਜ਼ ਮਿਸ ਲੋਟੇ ਲੌਰੀਅਰ, $1000 ਦੇ ਵਿੱਚੋਂ ਆਨਸਰ ਸ਼ੀ ਵਾਜ਼ ਐਨ ਐਕਟਰੈਸ। ਉਹ ਇੱਕ ਅਭਿਨੇਤਰੀ ਸੀ। ਅੱਗੇ ਹੈ ਨੰਬਰ 8, ਹੋਮਸ ਡਿਡ ਨੋਟ ਵਾਂਟ ਵਾਟਸਨ ਟੂ ਟੱਚ ਹਿਜ਼ ਥਿੰਗਸ। ਸੋ ਜਿਹੜਾ ਹੋਮਸ ਸੀ ਉਹ ਚਾਹੁੰਦਾ ਨਹੀਂ ਸੀ ਜਿਹੜਾ ਵਾਟਸਨ ਹੈ ਡਾਕਟਰ, ਉਹ ਕੋਈ ਉਹਦੀ ਚੀਜ਼ ਨੂੰ ਟੱਚ ਕਰੇ। ਟਰੂ ਔਰ ਫਾਲਸ, ਇਹਦਾ ਆਨਸਰ ਹੈ ਟਰੂ। ਅੱਗੇ ਨੰਬਰ 8, ਫਾਕਮ ਵਾਜ਼ ਅ ਵੈਰੀ ਡੈਸ਼ ਮੈਨ। ਸੋ ਹਾਊ ਮਚ ਡਜ਼ ਅ ਮੈਨ ਨੀਡ, ਇਹਦੇ ਵਿੱਚੋਂ ਹੈ। ਸੋ ਇਹਦਾ ਆਏਗਾ ਸੈਲਫਿਸ਼, ਗ੍ਰੀਡੀ ਆਏਗਾ, ਸੌਰੀ। ਇਹਦਾ ਆਇਆ ਸੈਕਸ਼ਨ ਸੀ, ਇੰਗਲਿਸ਼ ਟੈਕਸਟ ਬੁੱਕ ਦੇ ਵਿੱਚ 24 ਨੰਬਰਾਂ ਦੇ ਹਨ, ਮੇਨ ਕੋਰਸ ਬੁੱਕ ਪ੍ਰੋਸ ਦੇ ਵਿੱਚੋਂ ਹੈ। ਸੋ ਇਹਦੇ ਵਿੱਚ ਹੈ ਸਭ ਤੋਂ ਪਹਿਲਾ ਕੁਐਸਚਨ ਹੈ ਆਨਸਰ ਐਨੀ 3 ਕੁਐਸਚਨਸ। ਨੰਬਰ 1, ਵਟ ਇਜ਼ ਦ ਗ੍ਰੇਟ ਗਿਫਟ ਆਫ ਸਾਇੰਸ, ਵੇਅਰ ਇਜ਼ ਸਾਇੰਸ ਟੇਕਿੰਗ ਅਸ ਦੇ ਵਿੱਚੋਂ ਹੈ। ਆਨਸਰ ਹੈ ਦ ਗ੍ਰੇਟੈਸਟ ਗਿਫਟਸ ਆਫ ਦ ਸਾਇੰਸ ਇਜ਼ ਟੂ ਪ੍ਰੋਵਾਈਡ ਫੂਡ, ਕਲੋਥਿੰਗ ਐਂਡ ਸ਼ੈਲਟਰ ਟੂ ਆਲ ਦ ਪੀਪਲ। ਅੱਗੇ ਨੰਬਰ 2, ਵਾਈ ਵਾਜ਼ ਡੈਲਾ ਕਰਾਈਂਗ, ਅ ਗਿਫਟ ਫॉर ਕ੍ਰਿਸਮਸ ਦੇ ਵਿੱਚੋਂ ਹੈ। ਆਨਸਰ Della was crying because she did not have enough money to buy a Christmas present for her husband. Again, number 3, what caused desperation to the gods? Who did the gods go to in desperation? ਇਹਦਾ ਆਏਗਾ some glimpses of ancient India through thought and practice ਦੇ ਵਿੱਚੋਂ ਹੈ। Answer, there was a fight between the demons and the god. The demon seems to have an upper hand. It caused the desperation of the god. The gods went to Lord Vishnu. They wanted to know the way to defeat the demons. Again, number 4, why did the star twinkles? The making of earth ਦੇ ਵਿੱਚੋਂ ਹੈ। Because, answer ਹੈ because their ray passes through many layers of atmosphere. Number 5,
ਹਾਊ ਕੈਨ ਯੂ ਡਿਸਟਿੰਗੁਇਸ਼ ਇਟ ਬਿਟਵੀਨ ਪਲੈਨਟਸ ਐਂਡ ਸਟਾਰ। ਦ ਮੇਕਿੰਗ ਆਫ ਅਰਥ ਦੇ ਵਿੱਚੋਂ ਹੈ। ਆਂਸਰ ਹੈ ਦ ਸਟਾਰ ਟਵਿੰਕਲਸ ਪਲੈਨਟ ਡੂ ਨਾਟ ਟਵਿੰਕਲ। ਸੋ ਇਹ ਸੀਗੇ, ਤੁਹਾਨੂੰ 5 ਆਣਗੇ, 5 ਚੋਂ ਕੋਈ 3 ਕਰਨੇ ਹਨ। ਠੀਕ ਹੈ ਜੀ। ਸੋ ਹਰ ਇੱਕ ਦੇ 2 ਨੰਬਰ ਹਨ। ਸੋ ਵਧਦੇ ਅੱਗੇ। ਅੱਗੇ ਹੈ ਬੀ, ਆਂਸਰ ਐਨੀ ਵਨ ਕੁਐਸਚਨ ਇਨ ਅਬਵ 50 ਵਰਡਸ। ਸੋ ਥੱਲੇ ਤੁਹਾਨੂੰ 2 ਆਣਗੇ, ਦੋਨਾਂ ਦੇ ਵਿੱਚੋਂ ਕੋਈ ਇੱਕ ਕਰਨਾ ਹੈ 50 ਵਰਡਾਂ ਦੇ ਵਿੱਚ ਹਰ ਇੱਕ ਦਾ 3 ਨੰਬਰ ਹੈ। ਪਹਿਲਾ ਹੈ ਵਾਈ ਡਿਡ ਦਾ ਮੇਅਰ ਡਿਸਲਾਈਕ ਦਾ ਸਟੈਚੂ ਸੋ ਮਚ। ਇਹਦਾ ਦਾ ਹੈਪੀ ਪ੍ਰਿੰਸ ਦੇ ਵਿੱਚੋਂ ਹੈ। ਆਂਸਰ ਦ ਹੈਪੀ ਪ੍ਰਿੰਸ ਵਾਜ਼ ਅ ਬਿਊਟੀਫੁਲ ਸਟੈਚੂ। It was decorated with gold. It stood on tall column. He could see all the problem of the people. He gave away all his gold to help the people. He was no longer beautiful now. That's why the mayor disliked the statue of so much. ਜਾਂ ਫਿਰ why did the story writer call him a poor fellow? A gift for Christmas lesson ਦੇ ਵਿੱਚੋਂ ਹੈ। ਆਂਸਰ Jim was only 20-year-old. His income was very small. He earned only $20 a week. The rent of the house was $8 a week. The house was in poor condition, so the story writer called him a poor fellow. ਅੱਗੇ ਹੈ ਇੰਗਲਿਸ਼ ਮੇਨ ਕੋਰਸ ਬੁੱਕ ਪੋਇਟਰੀ ਦੇ ਵਿੱਚੋਂ ਹੈ। ਠੀਕ ਹੈ ਜੀ। ਸੋ ਨੀਚੇ ਇੱਕ ਸਟੈਂਜ਼ਾ ਦਿੱਤਾ ਹੋਏਗਾ, ਉਹਦੇ ਵਿੱਚੋਂ ਹੀ ਕੁਐਸਚਨ ਪੁੱਛੇ ਹੋਣਗੇ। ਸੋ ਕਰਦੇ ਹਾਂ। ਆਂਸਰ ਐਨੀ ਟੂ ਕੁਐਸਚਨ ਆਫਟਰ ਰੀਡਿੰਗ ਦਾ ਸਟੈਂਜ਼ਾ। ਸੋ ਸਟੈਂਜੇ ਨੂੰ ਪੜ੍ਹ ਕੇ ਨੀਚੇ 3 ਦਿੱਤੇ ਹੋਣਗੇ, ਤੁਸੀਂ 3 ਚੋਂ ਕੋਈ 2 ਕਰਨੇ ਹਨ। ਠੀਕ ਹੈ ਜੀ। ਸੋ ਪਹਿਲਾਂ ਮੈਂ ਫਟਾਫਟ ਇੱਕ ਵਾਰੀ ਸਟੈਂਜਾ ਪੜ੍ਹ ਦਿੰਦਾ ਹਾਂ। who God doth late and early pray, more of his grace than gift to lend, who entertain the harmless day with the religious book or friend. So number 1, name the poem and its poet. Answer, the name of the poem is Character of a Happy Man and the poet is Sir Henry Wotton. Number 2, what does a happy man pray for? Answer, a happy man pray for God's grace. He does not pray for only worldly gifts. Number 3, how does a happy man spend his day? Answer, he spend his day in the study of religious book or in the company of some noble friend. ਸੋ ਅੱਗੇ ਹੈ ਆਂਸਰ ਐਨੀ ਵਨ ਕੁਐਸਚਨ। ਠੀਕ ਹੈ ਜੀ। ਸੋ ਨੀਚੇ ਤੁਹਾਨੂੰ ਥੀਮਸ ਆਉਣਗੀਆਂ ਕਿਸੇ ਵੀ ਪੋਇਮ ਦੀਆਂ, ਪੁੱਛ ਸਕਦੇ ਹਨ। ਠੀਕ ਹੈ, ਜਾਂ ਕਰੈਕਟਰ ਸਕੈਚ ਵੀ ਆ ਸਕਦਾ ਹੈ। ਸੋ ਜਿਵੇਂ ਹੈ ਨੰਬਰ 1, ਦੋਨਾਂ 'ਚ ਕੋਈ ਇੱਕ ਕਰਨਾ ਹੈ। ਆਪਸ਼ਨ ਆਏਗੀ ਤੁਹਾਨੂੰ। ਪਹਿਲਾ ਹੈ ਡੂ ਦਾ ਕੌਂਕਰਸ ਟੀਮ ਡੈਥ ਔਰ ਦਾ ਡੈਡ। ਡੈਥ ਦਾ ਲੈਵਲਰ ਦੇ ਵਿੱਚੋਂ ਹੈ। ਆਂਸਰ, ਕੌਂਕਰਸ ਕੈਨ ਟੇਮ ਓਨਲੀ ਦਾ ਡੈਡ। They have no power over death. Rather, it is death that one day empower them and reduce them to dust. Or, ਜਾਂ ਫਿਰ, what is the theme of the poem Razia the Tigress? Answer, this poem underlines the grave danger to wildlife resulting from the destruction of forest. Man should asperse the long belonging to wild animals. Now the poor animal have nowhere to live. They live in the danger of poachers. ਸੋ ਇਹਨਾਂ ਦੋਨਾਂ 'ਚੋਂ ਕੋਈ ਇੱਕ ਕਰਨਾ ਹੈ। ਸੋ ਅੱਗੇ ਇੰਗਲਿਸ਼ ਸਪਲੀਮੈਂਟਰੀ ਰੀਡਰ ਬੁੱਕ ਦੇ ਵਿੱਚੋਂ ਹੈ। ਨੰਬਰ 5, ਆਂਸਰ ਐਨੀ 3 ਆਫ ਦਾ ਫੋਲੋਇੰਗ। ਨੀਚੇ 5 ਦਿੱਤੇ ਹੋਣਗੇ, 5 ਤੋਂ 3 ਕਰਨੇ ਹਨ, ਪਰ ਅਸੀਂ ਤੁਹਾਡੇ ਲਈ ਸਾਰੇ ਲੈ ਕੇ ਆਏ ਹਾਂ। ਸੋ ਦੋਸਤੋ ਵੀਡੀਓ ਲਗਭਗ ਕਾਫੀ ਜ਼ਿਆਦਾ ਲੰਬੀ ਹੋ ਚੁੱਕੀ ਹੈ। ਠੀਕ ਹੈ ਜੀ। ਸੋ ਮੈਂ ਹੁਣ ਸਿਰਫ ਕੁਐਸਚਨ ਪੜ੍ਹ ਦਿੰਦਾ ਹਾਂ। ਆਂਸਰ ਦੇਖਣ ਦੇ ਲਈ ਮੈਂ ਫਿਰ ਪਹਿਲਾਂ ਵੀ ਦੱਸਿਆ ਹੈ, ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪੇਪਰ ਦਾ ਲਿੰਕ ਦਿੱਤਾ ਹੈ। ਲਿੰਕ ਤੇ ਕਲਿੱਕ ਕਰਕੇ ਤੁਸੀਂ ਪੇਪਰ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਆਰਾਮ ਨਾਲ ਬੈਠ ਕੇ ਪੜ੍ਹ ਸਕਦੇ ਹੋ। ਜਿੱਦਾਂ ਨੰਬਰ 1, ਵੈਨ ਡਿਡ ਦਾ ਆਥਰ ਰੀਗੇਨ ਹਿਜ਼ ਕੌਨਫੀਡੈਂਸ ਐਂਡ ਹਾਊ। ਠੀਕ ਹੈ ਜੀ। ਨੰਬਰ 2, ਹਾਊ ਡਿਡ ਸੂਬੀਆ ਮੈਨੇਜ ਟੂ ਗੈਟ ਰਾਈਸ ਡਿਊਰਿੰਗ ਦਾ ਡਰਾਫਟ। ਨੰਬਰ 3, what was the condition laid down by the lawyer? Number 4, where did Holmes get the illness from? When did he get it? Number 5, why was the boy called sausage? Why did he not like diving? ठीक है जी। सो ये देख लेना, ਹੇਠਾਂ ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਹੈ। ਲਿੰਕ ਤੇ ਕਲਿੱਕ ਕਰੋਗੇ ਪੇਪਰ ਖੁੱਲ ਜਾਏਗਾ, ਆਰਾਮ ਨਾਲ ਬੈਠ ਕੇ ਤੁਸੀਂ ਪੜ੍ਹ ਸਕਦੇ ਹੋ। ਸੋ ਅੱਗੇ ਡੂ ਐਜ਼ ਡਾਇਰੈਕਟਿਡ। ਸੋ ਮੈਂ ਅੰਡਰਲਾਈਨ ਕਰ ਦਿੰਦਾ ਹਾਂ ਤੁਹਾਡੇ ਲਈ ਕਿਹੜੇ ਕੁਐਸਚਨ ਨੇ।
सो शुरू करते हैं जी। डू एज डायरेक्टेड, ये सारा वोकैबुलरी है। चूज द करैक्ट वर्ड फ्रॉम द ब्रैकेट टू फिल इन द ब्लैंक। बैड डैश ऑफ ड्रग्स वाज सून लेफ्ट। अफैक्ट इफैक्ट, सो इतने स्पैलिंग ही मेन इंपॉर्टेंस है, ये देख लेना। यदा आएगा इफैक्ट यानी कि ई दे नाल। अगे है नंबर 2, यूज द फॉलोइंग ईडियम्स इन अ सेंटेंस बाय वर्च्यू ऑफ। सो ये ईडियम है एक, ਉਹਨੂੰ यूज करना है सेंटेंस ਦੇ ਵਿੱਚ। सो आंसर है दे वर एक्सक्लूडिड फ्रॉम वोटिंग बाय द वर्च्यू ऑफ बीइंग टू यंग। अगे है नंबर 3, गिव वन वर्ड ऑफ द फॉलोइंग। एक वर्ड दसना है पूरे सेंटेंस का। टू इनक्रीज द ग्रेविटी ऑफ अ सिचुएशन, ਇਹਦਾ ਹੁੰਦਾ है एग्रावेट। सो अगे है यूअर perpetual arguing with your father will certainly aggravate his rage। so ये आंसर है। so number 4, correct the following sentence। 70 miles are a long distance। so ये आएगा 70 miles is a long distance। so अगे है सेक्शन ई, ट्रांसलेशन ग्रामर एंड कंपोजिशन चो। सो ये सब तो पहले ट्रांसलेशन है इंग्लिश टू पंजाबी या हिंदी करनी है, ठीक है जी। सो नीचे ਤੁਹਾਨੂੰ 5 ਆਣਗੇ, 5 ਦੇ ਵਿੱਚੋਂ ਕੋਈ 3 ਕਰਨੇ ਹੋਣਗੇ। ਜਿਹੜੇ ਵੀ ਤੁਹਾਨੂੰ ਚੰਗੀ ਤਰ੍ਹਾਂ ਦੇ ਹੋਣ ਤੁਸੀਂ ਉਹ ਕਰਨੇ ਹਨ, ਇੰਗਲਿਸ਼ ਟੂ ਪੰਜਾਬੀ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਅੱਗੇ ਆਣਗੇ 3 ਕਰਨੇ ਹੋਣਗੇ। ਇਸ ਵਾਰੀ ਜਿਹੜੇ ਹੈ ਤੁਹਾਨੂੰ ਪੰਜਾਬੀ ਜਾਂ ਹਿੰਦੀ 'ਚ ਦਿੱਤੇ ਹੋਣਗੇ, ਉਹਨੂੰ ਜਿਹੜਾ ਹੈ ਤੁਸੀਂ ਟਰਾਂਸਲੇਟ ਕਰਨੇ ਹਨ ਇੰਗਲਿਸ਼ ਦੇ ਵਿੱਚ, ਠੀਕ ਹੈ ਜੀ। ਸੋ ਉਸ ਤੋਂ ਬਾਅਦ ਹੈ ਡੂ ਐਜ਼ ਡਾਇਰੈਕਟਿਡ, ਇਹ 10 ਨੰਬਰਾਂ ਦੇ ਹਨ। ਫਿਲ ਇਨ ਦ ਬਲੈਂਕਸ ਵਿਦ ਅ ਸੁਟੇਬਲ ਡਿਟਰਮੀਨੈਂਟ। ਸੋ ਇਹ ਵੀ ਮੈਂ ਹਾਈਲਾਈਟ ਕਰ ਦਿੰਦਾ ਹਾਂ ਤੁਹਾਡੀ ਸਹੂਲਤ ਦੇ ਲਈ, ਕਿਉਂਕਿ ਹਾਈਲਾਈਟ ਤੋਂ ਬਗੈਰ ਨਾ ਪਤਾ ਨਹੀਂ ਲੱਗਦਾ ਕਈ ਵਾਰੀ ਕੁਐਸਚਨ ਕਿਹੜਾ ਹੈ। ਵੈਸੇ ਮੈਂ ਕਰ ਦਿੰਦਾ ਬੱਚੋ, ਪੇਪਰ ਟਾਈਪ ਕਰਨ ਨੂੰ ਨਾ ਸਾਨੂੰ ਟਾਈਮ ਲੱਗ ਜਾਂਦਾ ਹੈ, ਤੁਹਾਨੂੰ ਵੀ ਪਤਾ ਹੈ। ਕਾਫੀ ਪੇਪਰ ਬਣਾਉਣੇ ਲਗਾਤਾਰ ਹੀ ਬਣਾਉਣੇ ਪੈਂਦੇ ਹਨ, ਫਿਰ ਇੰਪੋਰਟੈਂਟ ਹੁੰਦੇ ਹਨ ਸਾਰੇ, ਠੀਕ ਹੈ ਜੀ। ਮੈਂ ਇੱਕ ਵਾਰੀ ਹਾਈਲਾਈਟ ਕਰ ਦਿੰਦਾ ਹਾਂ ਪਹਿਲਾਂ, ਤਾਂ ਜੋ ਤੁਸੀਂ ਆਰਾਮ ਨਾਲ ਬੈਠ ਕੇ ਇਹਨਾਂ ਨੂੰ ਦੇਖ ਸਕੋ, ਪਤਾ ਲੱਗ ਜੇ ਵੀ ਕੁਐਸਚਨ ਕਿਹੜਾ ਹੈ, ਆਨਸਰ ਕਿਹੜਾ ਹੈ। ਕਿਉਂਕਿ ਕਈ ਵਾਰੀ ਆਪਾਂ ਲਗਾਤਾਰ ਜੇ ਦੇਖਦੇ ਹਾਂ ਤਾਂ ਪਤਾ ਨਹੀਂ ਲੱਗਦਾ ਆਪਣਾ ਕਿਹੜਾ ਇਹਦਾ ਹੈ। ਸੋ ਇਹ ਮੈਂ ਹੁਣ ਹਾਈਲਾਈਟ ਕਰ ਦਿੱਤੇ ਨੇ, ਠੀਕ ਹੈ ਜੀ। ਸੋ ਦੇਖਦੇ ਹਾਂ ਡੂ ਐਜ਼ ਡਾਇਰੈਕਟਿਡ। ਨੰਬਰ 1, ਫਿਲ ਇਨ ਦ ਬਲੈਂਕ ਵਿਦ ਸੁਟੇਬਲ ਡਿਟਰਮੀਨੈਂਟ। ਇਨ ਮਾਈ ਲਾਸਟ ਸਮਰ वेकेशन आई वेंट टू डैश हिस्टोरिकल प्लेस। ਇੱਥੇ ਆਏਗਾ ਦੀ ਹਿਸਟੋਰੀਕਲ ਪਲੇਸ। ਨੰਬਰ 2, fill in the blank with a suitable preposition। good translation is the result dash practice and patience। so ਇੱਥੇ ਆਏਗਾ good translation is the result of practice and patience। ਅੱਗੇ ਨੰਬਰ 3, fill in the blanks with the correct model। dash you finish your work in 2 hours। ਇੱਥੇ ਭਰਨਾ ਹੈ can ਔਰ may ਦੇ ਵਿੱਚੋਂ ਕੀ ਆਏਗਾ, ਇਹਦੇ ਵਿੱਚ ਆਏਗਾ can you finish your work in 2 hours। ਅੱਗੇ ਹੈ ਨੰਬਰ 4, fill in the blank with suitable conjunction। so ਇਹਦਾ ਆਏਗਾ there is not even a single field dash education has not left its mark। ਇੱਥੇ ਆਏਗਾ where। so ਅੱਗੇ ਨੰਬਰ 5, combine the following sentencing using a non finite verb। so ਇਹਦਾ ਹੈ ਥੱਲੇ ਪੈਰਾ ਦਿੱਤਾ ਹੋਇਆ ਸੈਂਟੈਂਸ I enjoyed the mangoes these were sent by my uncle। ਇਹਦਾ ਆਏਗਾ I enjoyed the mangoes sent by my uncle, ठीक है जी। उस तो बाद है नंबर 6, पिक आउट द सबऑर्डिनेट क्लॉज फ्रॉम द फॉलोइंग सेंटेंस एंड नेम इट। ਇਹਦਾ ਹੈ आई रिस्पेक्ट हर बिकॉज she is kind to me। ਸੋ ਇਹਦਾ ਆਏਗਾ बिकॉज she is kind to me। ਇੱਥੇ ਐਡਵਰਬ क्लॉज showing reason, ਠੀਕ ਹੈ ਜੀ। ਸੋ ਇਸ ਤਰ੍ਹਾਂ ਤੁਸੀਂ ਸੈਂਟੈਂਸ ਬਣਾਉਣਾ ਹੈ ਇਹਦਾ। let her sing। ਸੋ ਇਹਦਾ ਕਰਦੇ ਹਾਂ she should be allowed to sing। ਅੱਗੇ ਹੈ ਨੰਬਰ 8, change the following sentence into the indirect form of narration। indirect ਚ ਕਰਨਾ ਹੈ। so the mother said son why did the teacher punish you। so ਉਸ ਤੋਂ ਬਾਅਦ ਆਏਗਾ the police hold up his hand। ਇਹਦਾ ਆਏਗਾ the police held up his hand। ਅੱਗੇ punctuate the following sentence। his story was in several ways improbable। answer his story was in several ways improbable। again number 9, you are Sonal, cultural secretary of the city public school Lucknow, write a notice inviting student to give her name of the fancy dress competition। ਠੀਕ ਹੈ ਜੀ। ਇੱਥੇ ਤੁਹਾਨੂੰ ਚੁਆਇਸ ਆਏਗੀ, ਠੀਕ ਹੈ ਜੀ। ਜਿਵੇਂ ਕਿ ਪਹਿਲਾਂ ਤਾਂ ਤੁਹਾਨੂੰ ਉੱਪਰ ਕਹਿਣਗੇ ਇੱਕ ਨੋਟਿਸ ਲਿਖੋ
ਜਾਂ ਫਿਰ ਤੁਹਾਨੂੰ ਚੁਆਇਸ ਆਏਗੀ ਥੱਲੇ ਇੱਕ ਕਨਵਰਸੇਸ਼ਨ ਹੈ, ਕਨਵਰਸੇਸ਼ਨ ਦੇ ਵਿੱਚੋਂ ਤੁਸੀਂ ਜਿਹੜਾ ਹੈ ਉਹਨੂੰ ਮੈਸੇਜ ਬਣਾ ਕੇ ਲਿਖਣਾ ਹੈ, ਜਾਂ ਫਿਰ ਇਹ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਕਰਨਾ ਹੈ। ਠੀਕ ਹੈ ਜੀ। ਸੋ 3 ਨੰਬਰਾਂ ਦਾ ਹੈ। ਸੋ ਮੈਂ ਇਹਦੇ ਵਿੱਚ ਨਾ ਵੱਡਾ ਕਰਕੇ ਸਕਰੀਨ ਵੱਡੀ ਕੀਤੀ ਹੋਈ ਹੈ ਤਾਂ ਜੋ ਤੁਹਾਨੂੰ ਸਾਫ਼-ਸਾਫ਼ ਪੜ੍ਹਿਆ ਜਾ ਸਕੇ। ਠੀਕ ਹੈ ਜੀ। ਸੋ ਤੁਸੀਂ ਯੂ ਆਰ ਸੋਨਲ, ਯੂ ਆਰ ਕਲਚਰਲ ਸੈਕਟਰੀ ਆਫ ਦਾ ਸਿਟੀ ਪਬਲਿਕ ਸਕੂਲ ਲਖਨਊ ਦੇ ਹੋ। ਰਾਈਟ ਅ ਨੋਟਿਸ ਇਨਵਾਈਟਿੰਗ ਸਟੂਡੈਂਟ ਟੂ ਗਿਵ ਦੇਅਰ ਨੇਮ ਫॉर ਦਾ ਫੈਂਸੀ ਡਰੈਸ ਕੰਪੀਟੀਸ਼ਨ। ਹੁਣ ਤੁਸੀਂ ਸਕੂਲ ਦੇ ਲਈ ਨੋਟਿਸ ਲਿਖਣਾ ਹੈ ਵੀ ਫੈਂਸੀ ਡਰੈਸ ਕੰਪੀਟੀਸ਼ਨ ਹੈ, ਸੋ ਆਪਣਾ ਨਾਮ ਤੁਸੀਂ ਦੇ ਦਿਓ। ਸੋ ਇਸ ਤਰ੍ਹਾਂ ਹੈ। ਸੋ ਸਿਟੀ ਪਬਲਿਕ ਸਕੂਲ ਲਖਨਊ ਨੋਟਿਸ ਫੈਂਸੀ ਡਰੈਸ ਕੰਪੀਟੀਸ਼ਨ, ਤਰੀਕ ਕੋਈ ਵੀ ਪਾ ਸਕਦੇ ਹੋ। ਠੀਕ ਹੈ। ਫੈਂਸੀ ਡਰੈਸ ਕੰਪੀਟੀਸ਼ਨ ਇਜ਼ ਗੋਇੰਗ ਟੂ ਬੀ ਹੈਲਡ ਐਟ ਆਵਰ ਸਕੂਲ ਔਨ 10 ਅਕਤੂਬਰ 2017। The competition will be open to the student from nursery to 5th only. Famous dress designer Ritu Beri has consented to be the judge for this competition. So those desirous of taking part in this event should give their name to the undersigned by 5 October, ਜਿਹੜਾ ਵੀ ਡੇਟ ਹੈ ਸੋਨਲ। ਸੋ ਬੱਚੇ ਤੇ ਧਿਆਨ ਰੱਖਣਾ ਹੈ, ਜਿੱਦਾਂ ਹੁਣ ਮੰਨ ਲਓ ਤੁਸੀਂ 1 ਤਰੀਕ ਇੱਥੇ ਪਾਈ ਹੈ ਉੱਪਰ। ਠੀਕ ਹੈ ਜੀ। 1 ਅਕਤੂਬਰ ਇਹ ਉਹ ਤਰੀਕ ਹੈ ਜਿੱਦਾਂ ਤੁਸੀਂ ਇਹ ਨੋਟਿਸ ਛਾਪਿਆ ਹੈ। ਸੋ ਹਮੇਸ਼ਾ ਯਾਦ ਰੱਖਣਾ ਜਿਹੜੀ ਆ ਇਹਦੇ ਵਿੱਚ ਡੇਟ ਲਿਖਣੀ ਹੈ ਕੰਪੀਟੀਸ਼ਨ ਦੀ, ਉਹ ਹਮੇਸ਼ਾ 1 ਤਰੀਕ ਤੋਂ ਬਾਅਦ ਦੀ ਲਿਖਣੀ ਹੈ। ਮੰਨ ਲਓ ਫੋਰ ਐਗਜ਼ਾਮਪਲ ਉਹਦਾ ਕਾਰਨ ਕੀ ਹੈ ਵੀ ਹੁਣ ਮੰਨ ਲਓ ਕਈ ਬੱਚੇ ਨਾ ਗਲਤੀ ਕਰ ਦਿੰਦੇ ਹਨ, ਇੱਥੇ ਵੀ 1 ਪਾ ਦਿੰਦੇ ਨਾ, ਥੱਲੇ ਵੀ 1 ਪਾ ਦਿੰਦੇ ਹਨ। ਹੁਣ ਜਿੱਦਣ ਕੰਪੀਟੀਸ਼ਨ ਹੋਏਗਾ ਉਦੋਂ ਦਾ ਤੁਸੀਂ ਜਿਹੜਾ ਨੋਟਿਸ ਬੋਰਡ ਨਹੀਂ ਲਗਾਓਗੇ, ਘੱਟੋ ਘੱਟ 5-10 ਦਿਨ ਦਾ ਗੈਪ ਹੁੰਦਾ ਹੈ ਕਿ ਕਿਸੇ ਵੀ ਸਕੂਲੇ ਜੋ ਕੋਈ ਕੰਪੀਟੀਸ਼ਨ ਹੁੰਦਾ ਹੈ, ਸੋ ਉਹਨੂੰ 10 ਦਿਨ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਹੈ। ਠੀਕ ਹੈ ਜੀ। ਸੋ ਇਹ ਹੈ ਉੱਪਰ ਵਾਲੀ ਉਹ ਤਰੀਕ ਜਿੱਦਣ ਤੁਸੀਂ ਇਹ ਨੋਟਿਸ ਲਗਾਉਣਾ ਹੈ। ਨੀਚੇ ਘੱਟੋ ਘੱਟ 5, 7 ਜਾਂ 10 ਦਿਨ ਦੀ ਤਰੀਕ ਦਾ ਗੈਪ ਪਾ ਕੇ ਹੀ ਅਗਲੀ ਤਰੀਕ ਦੇਣੀ ਹੈ। ਠੀਕ ਹੈ ਜੀ। ਸੋ ਇਸ ਤਰ੍ਹਾਂ ਤੁਸੀਂ ਸਾਰੇ ਦਾ ਸਾਰਾ ਲਿਖਣਾ ਹੈ। ਸੋ ਅੱਗੇ ਔਰ ਰੀਡ ਦਾ ਟੈਲੀਫੋਨਿਕ ਕਨਵਰਸੇਸ਼ਨ ਬਿਟਵੀਨ ਮਿਸਟਰ ਅਜੀਤ ਸ਼ਰਮਾ ਐਂਡ ਅਨੂ। ਸੋ ਇਹ ਬੱਚੋ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਵੀਡੀਓ ਲੰਬੀ ਹੋ ਜਾਂਦੀ ਹੈ। ਸੋ ਤੁਸੀਂ ਇਹ ਸਾਰੇ ਦਾ ਸਾਰਾ ਨੀਚੇ ਹੇਠਾਂ ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਦਿੱਤਾ ਹੈ, ਲਿੰਕ ਤੇ ਕਲਿੱਕ ਕਰੋਗੇ, ਪੇਪਰ ਤੁਹਾਡੇ ਸਾਹਮਣੇ ਖੁੱਲ ਜਾਏਗਾ, ਆਰਾਮ ਨਾਲ ਬੈਠ ਕੇ ਤੁਸੀਂ ਪੜ੍ਹ ਲੈਣਾ ਉੱਤੋਂ ਸਾਰੇ ਦੇ ਸਾਰੇ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਹੈ ਨੰਬਰ B, ਰਾਈਟ ਅ ਪੈਰਾਗ੍ਰਾਫ ਔਨ ਐਨੀ ਟੌਪਿਕ ਯੂਜ਼ਿੰਗ ਦਾ ਫੋਲੋਇੰਗ ਸੈਂਟੈਂਸ। ਸੋ ਨੀਚੇ 2 ਤੁਹਾਨੂੰ ਨਾ ਹਿੰਟ ਦਿੱਤੇ ਹੋਣਗੇ, ਦੋਨਾਂ ਦੇ ਵਿੱਚੋਂ ਜਿਹੜਾ ਵੀ ਚੰਗੀ ਤਰ੍ਹਾਂ ਆਉਂਦਾ ਹੈ ਤੁਹਾਨੂੰ ਤੁਸੀਂ ਪੈਰਾ ਬਣਾ ਕੇ ਲਿਖ ਲੈਣਾ ਹੈ। ਸੋ ਅਸੀਂ ਤੁਹਾਡੇ ਲਈ ਦੋਨੋਂ ਹੀ ਲੈ ਕੇ ਆਏ ਹਾਂ। ਅੱਗੇ ਵਧਦੇ ਹਾਂ। ਸੌਰੀ ਨਹੀਂ ਲੈ ਕੇ ਆਏ ਹਾਂ, ਤੁਸੀਂ ਹੱਲ ਕਰਨੇ ਪੈਣੇ ਤੁਹਾਨੂੰ ਆਪੇ। ਸੋ ਇੱਕ ਵਾਰੀ ਦੇਖ ਲਈਓ। ਅੱਗੇ ਨੰਬਰ C, ਯੂ ਆਰ ਰਾਜੀਵ ਲਿਵਿੰਗ ਐਟ ਕੁਈਨਸ ਹੋਸਟਲ ਇੰਟਰਨੈਸ਼ਨਲ ਸਕੂਲ ਨਿਊ ਦਿੱਲੀ। Write a letter to your father requesting him to permit you to join an educational tour to South India conducted by your school. ਸੋ ਐਪਲੀਕੇਸ਼ਨਾਂ ਦੇ ਵਿੱਚ ਵੀ ਚੁਆਇਸ ਆਏਗੀ, 2 ਆਉਣਗੀਆਂ, ਦੋਨਾਂ 'ਚ ਜਿਹੜੀ ਚੰਗੀ ਤਰ੍ਹਾਂ ਆਉਂਦੀ ਹੋਈ ਤੁਸੀਂ ਕਰ ਲੈਣੀ ਹੈ। ਅਸੀਂ ਤੁਹਾਡੇ ਲਈ ਦੋਨੇ ਲੈ ਕੇ ਆਏ ਹਾਂ, ਬੇਹੱਦ ਇੰਪੋਰਟੈਂਟ ਹੈ। ਸੋ ਇੱਕ ਵਾਰੀ ਜ਼ਰੂਰ ਨਿਗਾਹ ਮਾਰ ਕੇ ਜਾਣਾ। ਠੀਕ ਹੈ ਜੀ। ਸੋ ਇੱਕ ਤਾਂ ਇਹ ਉੱਪਰ ਵਾਲੀ ਹੈ 6 ਨੰਬਰਾਂ ਦੇ ਹਨ, ਉਸ ਤੋਂ ਬਾਅਦ ਹੈ ਇਹ ਵਾਲੀ, ਰਾਈਟ ਅ ਲੈਟਰ ਟੂ ਅ ਬੁੱਕ ਸੈਲਰ ਕੰਪਲੇਨਿੰਗ ਅਗੇਂਸਟ ਦਾ ਰੋਂਗ ਸਪਲਾਈ ਆਫ ਬੁੱਕ। ਯੂ ਆਰ ਜਤਿੰਦਰ ਸਿੰਘ ਲਿਵਿੰਗ ਐਟ ਮਾਡਲ ਟਾਊਨ ਨਕੋਦਰ। ਸੋ ਇਹ ਲੈਟਰ ਹੈ। ਠੀਕ ਹੈ ਜੀ। ਇਹ 6 ਨੰਬਰਾਂ ਦੀ ਹੈ। ਸੋ ਇੰਨਾ ਹੀ ਤੁਹਾਡਾ ਜਿਹੜਾ ਪੇਪਰ ਹੈ 10ਵੀਂ ਜਮਾਤ ਵਾਲਿਆਂ ਦਾ। ਠੀਕ ਹੈ ਜੀ। ਸੋ ਬੱਚੇ ਤੁਹਾਡੇ ਲਈ ਲੈ ਕੇ ਆਏ ਸੀਗੇ, ਬੇਹੱਦ ਇੰਪੋਰਟੈਂਟ ਹੈ ਸਾਰੇ ਦੇ ਸਾਰੇ ਕੁਐਸਚਨ। ਸੋ ਇੱਕ ਵਾਰੀ ਜ਼ਰੂਰ ਪੇਪਰ ਜਾਣ ਤੋਂ ਪਹਿਲਾਂ ਇਹਨਾਂ 'ਤੇ ਨਿਗਾਹ ਮਾਰ ਕੇ ਜਾਣਾ। ਠੀਕ ਹੈ ਜੀ। ਸੋ ਦੋਸਤੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵਾਂ ਪੇਪਰ ਲੈ ਕੇ। ਤਦ ਤੱਕ ਲਈ ਧੰਨਵਾਦ।